ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸ਼੍ਰੀ ਗੁਰੂ ਨਾਨਕ ਦੇਵ ਜੀ ਹਮੇਸ਼ਾ ਹੀ ਲੋਕਾਂ ਨੂੰ ਸੱਚ ਦਾ ਉਪਦੇਸ਼ ਦਿੰਦੇ ਆਏ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਬਾਲਾ ਤੇ ਮਰਦਾਨਾ ਜੀ ਜਦੋਂ ਰਾਮੇਸ਼ਵਰ ਪਹੁੰਚੇ ਤਾਂ ਬਹੁਤ ਹੀ ਕਾਲੀ ਹਨੇਰੀ ਆਈ ਹੋਈ ਸੀ। ਸਤਿਗੁਰੂ ਜੀ ਨੇ ਇੱਕ ਛੋਟੇ ਜਿਹੇ ਪਹਾੜੀ ਟਿੱਲੇ ਕੋਲ ਜਾ ਕੇ ਡੇਰਾ ਲਾ ਲਿਆ। ਹਨੇਰੀ ਨੇ ਜ਼ੋਰ ਫੜਿਆ ਤੇ ਦਰਖਤ ਟੁੱਟ ਕੇ ਉੱਡਣ ਲੱਗੇ। ਮਰਦਾਨਾ ਡਰਦਾ ਅੱਖਾਂ ਬੰਦ ਕਰਕੇ ਲੰਮਾ ਪੈ ਗਿਆ ਤੇ ਲੱਗਾ ਕਹਿਣ, ਬਾਬਾ ਜੀ ਕਿੱਥੇ ਉਜਾੜ ਵਿੱਚ ਲੈ ਆਏ ਹੋ? ਗੁਰੂ ਜੀ ਨੇ ਕਿਹਾ, ਡਰ ਨਾ, ਵਾਹਿਗੁਰੂ ਵਾਹਿਗੁਰੂ ਕਰ। ਦਰਅਸਲ ਕਲਯੁਗ ਆਪ ਆ ਕੇ ਇਹ ਰੂਪ ਧਾਰ ਰਿਹਾ ਸੀ। ਫਿਰ ਉਸ ਨੇ ਇੱਕ ਵੱਡਾ ਸਾਰਾ ਦਿਓ ਬਣਾ ਕੇ ਚਿੰਗਾੜਨਾ ਸ਼ੁਰੂ ਕਰ ਦਿੱਤਾ। ਉਸ ਨੂੰ ਦੇਖ ਕੇ ਮਰਦਾਨੇ ਨੇ ਕਿਹਾ, ਬਾਬਾ ਹਨੇਰੀ ਕੋਲੋਂ ਤਾਂ ਬਚ ਗਏ, ਪਰ ਇਸ ਦਿਓ ਕੋਲੋਂ ਨਹੀਂ ਬਚ ਸਕਦੇ। ਫਿਰ ਕਲਯੁਗ ਨੇ ਅੱਗ ਦਾ ਰੂਪ ਧਾਰਨ ਕੀਤਾ। ਚਾਰੇ ਪਾਸੇ ਅੱਗ ਦੇ ਭਾਂਬੜ ਬਲਣੇ ਸ਼ੁਰੂ ਹੋ ਗਏ। ਫਿਰ ਕਾਲੀਆਂ ਘਟਾਵਾਂ ਆ ਗਈਆਂ, ਬਰਫ਼ ਦੇ ਗੋਲੇ ਡਿੱਗਣੇ ਸ਼ੁਰੂ ਹੋ ਗਏ, ਪਰ ਇਹਨਾਂ ਦੇ ਲਾਗੇ ਕੋਈ ਨਾ ਡਿੱਗੇ। ਮਰਦਾਨਾ ਡਰੇ ਤਾਂ ਗੁਰੂ ਜੀ ਨੇ ਕਿਹਾ, ਮਰਦਾਨਿਆਂ, ਜਿਹੜੇ ਜੀਵ ਪਰਮਾਤਮਾ ਤੋਂ ਨਹੀਂ ਡਰਦੇ ਤੇ ਜੀਵਾਂ ਅਤੇ ਜੀਆਂ ਨੂੰ ਦੁੱਖ ਨਹੀਂ ਦਿੰਦੇ, ਉਹਨਾਂ ਨੂੰ ਜਮ ਦਾ ਡਰ ਨਹੀਂ ਹੁੰਦਾ ਤੇ ਗੁਰਮੁਖ ਸਮਝਦੇ ਹਨ ਕਿ ਮਾਰਨ ਅਤੇ ਜਵਾਲਣ ਵਾਲਾ ਇੱਕੋ ਹੀ ਪਰਮਾਤਮਾ ਹੀ ਹੈ। ਜੀਵ ਉਸੇ ਦੇ ਹੁਕਮ ਵਿੱਚ ਆਉਂਦਾ ਹੈ ਤੇ ਹੁਕਮ ਵਿੱਚ ਜਾਂਦਾ ਹੈ। ਜਿਹੜੇ ਜੀਆਂ ਨੂੰ ਮਾਰ ਕੇ ਖਾਂਦੇ ਹਨ, ਉਹਨਾਂ ਦੀ ਭੁੱਖ ਸਗੋਂ ਵੱਧ ਜਾਂਦੀ ਹੈ। ਜਿਵੇਂ ਅੱਗ ਵਿੱਚ ਲੱਕੜਾਂ ਪਾਉਣ ਨਾਲ ਅੱਗ ਹੋਰ ਭੜਕਦੀ ਹੈ, ਜਿਵੇਂ ਜੀਵ ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦੇ ਹਨ, ਉਹ ਹਮੇਸ਼ਾ ਸ਼ਾਂਤ ਮਨ ਰਹਿੰਦੇ ਹਨ। ਜਿਹੜੇ ਜੀਵ ਪਰਮਾਤਮਾ ਤੋਂ ਡਰ ਕੇ ਰਹਿੰਦੇ ਹਨ, ਉਹ ਮਨੁੱਖਾਂ ਨੂੰ ਦੁੱਖ ਨਹੀਂ ਦਿੰਦੇ, ਪਰਮਾਤਮਾ ਨੂੰ ਹਰ ਵੇਲੇ ਯਾਦ ਰੱਖਦੇ ਹਨ, ਉਸ ਦਾ ਸਿਮਰਨ ਕਰਦੇ ਹਨ, ਉਹਨਾਂ ਨੂੰ ਕਾਲ ਨਹੀਂ ਪਾਉਂਦਾ। ਇੰਨੇ ਨੂੰ ਕਲਯੁਗ ਨੇ ਇਨਸਾਨੀ ਰੂਪ ਧਾਰਿਆ ਤੇ ਆ ਕੇ ਸਤਿਗੁਰੂ ਜੀ ਦੇ ਚਰਨ ਪਕੜ ਲਏ, ਪਰ ਹੱਥ ਵਿੱਚ ਅੱਗ ਤੇ ਮੂੰਹ ਵਿੱਚ ਮਾਸ ਸੀ। ਫਿਰ ਇੱਕ ਹੱਥ ਵਿੱਚ ਜੀਭਾ ਤੇ ਇੱਕ ਹੱਥ ਵਿੱਚ ਇੰਦਰੀ ਪਕੜੀ। ਫਿਰ ਬੋਲਿਆ, ਗੁਰੂ ਜੀ ਮੇਰੀ ਬੇਅਦਬੀ ਮਾਫ਼ ਕਰ ਦੇਣਾ, ਪਰ ਮੈਂ ਆਪ ਜੀ ਨੂੰ ਦਿਖਾ ਰਿਹਾ ਸਾਂ ਕਿ ਕਲਯੁਗ ਵਿੱਚ ਜੀਵ ਇਸ ਰੰਗ ਵਿੱਚ ਰੰਗੇ ਰਹਿਣਗੇ, ਸੋ ਆਪ ਨੂੰ ਇਹ ਜੀਵਾਂ ਦੇ ਲੱਖਣ ਦਿਖਾਏ ਹਨ। ਗੁਰੂ ਜੀ ਨੇ ਪੁੱਛਿਆ, ਤੂੰ ਸਾਡੇ ਕੋਲ ਕਿਸ ਆਸ ਨਾਲ ਆਇਆ ਹੈ? ਤੂੰ ਇਕੱਲਾ ਹੀ ਹੈ ਜਾਂ ਕੋਈ ਸਾਥੀ ਵੀ ਤੇਰੇ ਨਾਲ ਹੈ? ਤਾਂ ਕਲਯੁਗ ਬੋਲਿਆ, ਮੇਰਾ ਪਹਿਲਾ ਸਾਥੀ ਸਭ ਤੋਂ ਵੱਡਾ ਸੂਰਬੀਰ ਝੂਠ ਹੈ, ਜਿਸ ਤੋਂ ਸ਼ਾਇਦ ਹੀ ਕੋਈ ਬਚਿਆ ਹੋਵੇ। ਜੋ ਮੇਰੀ ਸੈਨਾ ਦਾ ਰਾਜਾ ਹੈ, ਉਹ ਹੈ ਮੋਹ ਹੈ ਤੇ ਸੈਨਾਪਤੀ ਅਹਿੰਸਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਯੋਧੇ ਹਨ। ਹਾਥੀਆਂ ਉੱਤੇ ਸਵਾਰ ਨਿੰਦਾ ਤ੍ਰਿਸ਼ਨਾ ਰੱਥਾਂ ਉੱਤੇ ਅਸਵਾਰ ਹਨ। ਤੇ ਆਲਸ ਜੂਆ ਮਦਰਾ ਪਾਨ ਦੁਰਾਚਾਰ ਇਹ ਘੋੜ ਅਸਵਾਰ ਹਨ। ਵਿਸ਼ੇ ਵਿਕਾਰ ਚੋਰੀ ਇਹ ਪੈਦਲ ਸੈਨਾ ਹੈ। ਇਹ ਜਦੋਂ ਕਿਸੇ ਤੇ ਚੜ੍ਹਾਈ ਕਰਦੇ ਹਨ ਤਾਂ ਇਹਨਾਂ ਅੱਗੇ ਕੋਈ ਨਹੀਂ ਟਿਕ ਸਕਦਾ। ਮੇਰੇ ਰਾਜ ਵਿੱਚ ਸਮੇਂ ਦੇ 7 ਪੁਰਖ ਵੱਡੇ ਵੱਡੇ ਪਾਪ ਕਰਨਗੇ ਤੇ ਜੋ ਗੁਰੂ ਹੋਣਗੇ ਉਹ ਸਿੱਖਿਆ ਦੇਣ ਘਰ ਘਰ ਜਾਣਗੇ। ਵੱਡੇ ਵੱਡੇ ਵੇਦ ਸ਼ਾਸਤਰਾਂ ਨੂੰ ਪਿੱਛੇ ਰੱਖ ਕੇ ਆਪਣੀ ਪੂਜਾ ਕਰਾਉਣਗੇ। ਕਾਜੀ ਤਸਬੀਹ ਫੇਰਨਗੇ ਤੇ ਵੱਡੀ ਲੈ ਕੇ ਝੂਠ ਬੋਲਣਗੇ। ਲੋਕ ਤੁਰਕਾਂ ਦੇ ਮੰਤਰ ਸੁਣਨਗੇ, ਮੋਹਣ ਵਾਲੀਆਂ ਤੇ ਖੋਹਣ ਵਾਲੀਆਂ ਗੱਲਾਂ ਕਰਨਗੇ। ਹਿੰਦੂ ਚੌਂਕੇ ਪਾਉਣਗੇ
ਤੇ ਸੁੱਚੇ ਹੋਣ ਦਾ ਪ੍ਰਗਟਾਵਾ ਕਰਨਗੇ। ਕੰਨੀ ਮੁੰਦਰਾਂ ਤੇ ਸਰੀਰ ਵਿਭੂਤ ਮਲਣਗੇ। ਬੱਚੇ ਰੋਂਦੇ ਫਿਰਨਗੇ, ਕਿਰਤ ਛੱਡ ਕੇ ਮੰਗਤੇ ਬਣੇ ਰਹਿਣਗੇ। ਗੁਰੂ ਜੀ ਨੇ ਕਿਹਾ, ਤੂੰ ਕਰਤਾਰ ਦਾ ਥਾਪਿਆ ਹੋਇਆ ਸਰਦਾਰ ਹੈ ਤੇ ਅਸੀਂ ਕਰਤਾਰ ਦੇ ਚਾਕਰ ਹਾਂ। ਜਿਸ ਵੇਲੇ ਤੈਨੂੰ ਲੇਖਾ ਦੇਣਾ ਪਵੇਗਾ ਤੂੰ ਸਾਡੇ ਹੀ ਹਵਾਲੇ ਹੋਵੇਗਾ। ਹਿਸਾਬ ਤਾਂ ਅਸਾਂ ਹੀ ਤੇਥੋਂ ਲੈਣਾ ਹੈ। ਇਹ ਸੁਣ ਕੇ ਕਲਯੁਗ ਡਰ ਗਿਆ ਤੇ ਗੁਰੂ ਜੀ ਦੇ ਚਰਨ ਪਕੜ ਕੇ ਕਹਿਣ ਲੱਗਾ, ਮੈਂ ਆਪ ਜੀ ਦੀ ਸ਼ਰਨ ਆਇਆ ਹਾਂ। ਆਪ ਕਰਤੇ ਦੇ ਵਜ਼ੀਰ ਹੋ। ਆਪ ਜੀ ਦੇ ਅੱਗੇ ਹੀ ਮੇਰੀ ਪੇਸ਼ੀ ਹੋਣੀ ਹੈ। ਆਪ ਨੇ ਹੀ ਮੇਰਾ ਲੇਖਾ ਜੋਖਾ ਕਰਨਾ ਹੈ, ਸੋ ਮੇਰਾ ਧਿਆਨ ਰੱਖਣਾ ਜੀ। ਮੇਰੀ ਕੁਝ ਭੇਟਾ ਲੈ ਲਓ ਤਾਂ ਮੈਂ ਨਿਸ਼ਚਿਤ ਹੋ ਜਾਵਾਂ। ਗੁਰੂ ਜੀ ਨੇ ਕਿਹਾ, ਸੁਣ ਭਾਈ, ਅਸਾਂ ਸੁੱਖ ਛੱਡ ਦਿੱਤਾ ਹੈ। ਅਸੀਂ ਕੁਝ ਪਦਾਰਥ ਲੈਣ ਨਹੀਂ ਆਏ, ਪਰ ਫਿਰ ਵੀ ਦੱਸ ਤੇਰੇ ਕੋਲ ਹੈ ਕੀ? ਕਲਯੁਗ ਨੇ ਕਿਹਾ, ਮੇਰੇ ਕੋਲ ਹੀਰੇ ਮੋਤੀ ਜਵਾਹਰਾਤ, ਸੋਨਾ ਰੁਪਈਆ, ਵੱਡੇ ਵੱਡੇ ਮਹਿਲ, ਭਲੀਆਂ ਭਲੀਆਂ ਇਸਤਰੀਆਂ, 9 ਨਿਧੀਆਂ, 18 ਸਿੱਧੀਆਂ, ਇਹ ਸਭ ਮੇਰੇ ਕੋਲ ਹਨ। ਆਪ ਹੁਕਮ ਕਰੋ। ਤਾਂ ਗੁਰੂ ਜੀ ਨੇ ਕਿਹਾ, ਇਹ ਸਭ ਕੁਝ ਸਾਨੂੰ ਨਹੀਂ ਚਾਹੀਦਾ। ਤਾਂ ਕਲਯੁਗ ਜਵਾਬ ਦਿੱਤਾ, ਗੁਰੂ ਅੱਗੇ ਭੇਟਾ ਰੱਖੇ ਵਾਪਸ ਨਹੀਂ ਲਈਦੀ। ਗੁਰੂ ਜੀ ਨੇ ਕਿਹਾ, ਸਾਡਾ ਹੁਕਮ ਮੰਨੇ ਤਾਂ ਅਸੀਂ ਜਦੋਂ 10ਵੇਂ ਜਾਮੇ ਵਿੱਚ ਆਵਾਂਗੇ ਤਾਂ ਤੇਰੀਆਂ ਭੇਟਾਂ ਲਵਾਂਗੇ ਤੇ ਸਿੱਖਾਂ ਨੂੰ ਰਿੱਧੀਆਂ ਸਿੱਧੀਆਂ ਦੇਵਾਂਗੇ। ਫਿਰ ਕਲਯੁਗ ਬੋਲਿਆ, ਆਪ ਜੀ ਦਾ ਕਿਹਾ ਸਿਰ ਮੱਥੇ, ਪਰ ਮੇਰਾ ਆਪ ਜੀ ਨਾਲ ਮਿਲਣ ਦਾ ਮੈਨੂੰ ਫਲ ਕਿਵੇਂ ਮਿਲੇਗਾ? ਤੁਸੀਂ ਕੁਝ ਤਾਂ ਭੇਟਾ ਲਓ। ਫਿਰ ਗੁਰੂ ਜੀ ਨੇ ਕਿਹਾ, ਇਹ ਜੋ ਵਸਤੂਆਂ ਤੂੰ ਸਾਨੂੰ ਦਿੰਦਾ ਹੈ, ਇਹਨਾਂ ਵਿੱਚੋਂ ਸਾਨੂੰ ਕੁਝ ਨਹੀਂ ਚਾਹੀਦਾ। ਹੋਰ ਕੁਝ ਤੇਰੇ ਕੋਲ ਹੈ ਤਾਂ ਦੱਸ। ਤਾਂ ਕਲਯੁਗ ਨੇ ਕਿਹਾ, ਜੀ ਹੋਰ ਭੁੱਖ, ਨੀਂਦ ਪਿਆਸ, ਨਿੰਦਾ ਤ੍ਰਿਸ਼ਨਾ, ਤਾਮਸ ਮਸਤੀ, ਫਾਹੀ ਦੁਸ਼ਟਾ, ਦੁਰਾਚਾਰ, ਪਾਪ ਚੋਰੀ ਜਾਰੀ, ਬਖੀਲੀ, ਇਹਨਾਂ ਤੋਂ ਕੋਈ ਵਿਰਲਾ ਹੀ ਬਚੇਗਾ। ਗੁਣਵਾਨਾਂ ਦਾ ਨਿਰਾਦਰ ਹੋਏਗਾ। ਸੱਚ ਬੋਲਣ ਵਾਲਾ ਮੂਰਖ ਹੋਵੇਗਾ। ਬਹੁਤ ਬੋਲਣ ਵਾਲਾ ਮੂਰਖ ਤੇ ਮੂਰਖ ਗੁਣੀ ਕਹਾਉਣਗੇ ਤੇ ਰਾਜਿਆਂ ਨਾਲ ਬੈਠਣਗੇ। ਜਿਨ੍ਹਾਂ ਕੋਲ ਮਾਇਆ ਜ਼ਿਆਦਾ ਹੋਏਗੀ ਉਹ ਧਰਮ ਤੋਂ ਦੂਰ ਹੋਣਗੇ। ਸੂਦਰਾਂ ਦਾ ਆਦਰ ਹੋਵੇਗਾ ਤੇ ਵੇਦ ਪੜ੍ਹਨ ਵਾਲੇ ਤੇ ਗਿਆਨੀ ਬ੍ਰਾਹਮਣਾਂ ਨੂੰ ਖੁਆਰੀ ਹੋਵੇਗੀ। ਰਾਜੇ ਪ੍ਰਜਾ ਨੂੰ ਲੁੱਟਣ ਦੇ ਤਰੀਕੇ ਸੋਚਣਗੇ। ਸੰਨਿਆਸੀ ਬਹੁਤ ਧਨ ਇਕੱਠਾ ਕਰਨਗੇ ਤੇ ਗ੍ਰਹਿਸਥੀ ਲੋਕ ਭੋਜਨ ਬਸਤਰ ਵੱਲੋਂ ਤੰਗ ਰਹਿਣਗੇ। ਜਿੱਥੇ 7 ਧਰਮ, ਵਰਤ, ਤਪ ਅਤੇ ਉਪਾਸਨਾ ਹੋਵੇਗੀ, ਇੱਕ ਵਾਰੀ ਤਿੰਨਾਂ ਦਾ ਵਿਨਾਸ਼ ਹੋਏਗਾ। ਇਹ ਕਰਤਾਰ ਦਾ ਹੁਕਮ ਹੈ, ਸੋ ਇਹ ਸਭ ਕੁਝ ਮੇਰੇ ਰਾਜ ਵਿੱਚ ਹੋਵੇਗਾ। ਮੈਂ ਆਪ ਜੀ ਦਾ ਦਾਸ ਹਾਂ। ਜੋ ਹੁਕਮ ਕਰੋ ਮੈਂ ਸੋਈ ਮੰਨਾਂਗਾ। ਪਰ ਕੁਝ ਭੇਟਾ ਤਾਂ ਸਵੀਕਾਰ ਕਰੋ ਤਾਂ ਮੈਨੂੰ ਖੁਸ਼ੀ ਹੋਵੇਗੀ। ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ, ਹੇ ਕਲਯੁਗ, ਸਾਰੇ ਯੁੱਗਾਂ ਨਾਲੋਂ ਤੇਰਾ ਤੇਜ ਜ਼ਿਆਦਾ ਹੋਵੇਗਾ ਤੇ ਵਰ ਵੀ ਸਾਡਾ ਹੈ ਕਿ ਜੋ ਪਰਮਾਤਮਾ ਦੀ ਕੀਰਤੀ ਕਰਨਗੇ ਤੇਰੇ ਰਾਜ ਵਿੱਚ ਉਹਨਾਂ ਦੀ ਕੀਰਤੀ ਹੋਵੇਗੀ। ਜਿਹੜੇ ਥੋੜ੍ਹੀ ਜਿਹੀ ਭਗਤੀ ਵੀ ਕਰਨਗੇ ਉਹਨਾਂ ਨੂੰ ਬਹੁਤ ਸਾਰਾ ਫਲ ਮਿਲੇਗਾ। ਅਸੀਂ ਤੇਰੀ ਭੇਟਾ ਆਪਣੇ ਚੌਥੇ ਅਵਤਾਰ ਧਾਰਨ ਤੇ ਲਵਾਂਗੇ। ਕਲਯੁਗ ਬਹੁਤ ਖੁਸ਼ ਹੋਇਆ ਤੇ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਕਿਹਾ, ਹੇ ਗੁਰੂ ਜੀ, ਮੈਂ ਆਪ ਜੀ ਦੀ ਸੰਗਤ ਦੇ ਨਿਕਟ ਹੀ ਨਹੀਂ ਜਾਵਾਂਗਾ। ਗੁਰੂ ਜੀ ਨੇ ਫਿਰ ਕਿਹਾ, ਹੇ ਕਲਯੁਗ, ਭੇਟਾ ਵਜੋਂ ਤੂੰ ਮੇਰੇ ਸਿੱਖਾਂ ਉੱਪਰ ਜ਼ੋਰ ਨਹੀਂ ਕਰਨਾ ਤੇ ਸੇਵਕਾਂ ਤੇ ਸੰਗਤ ਨੂੰ ਦੁੱਖ ਨਹੀਂ ਦੇਣਾ। ਕਲਯੁਗ ਨੇ ਕਿਹਾ, ਹੇ ਗਰੀਬ ਨਿਵਾਜ ਜੀ, ਮੈਨੂੰ ਅਕਾਲ ਪੁਰਖ ਦੀ ਇਹੀ ਆਗਿਆ ਹੈ, ਕੋਈ ਸਾਧ ਸੰਤ ਬਲੀ ਮਹਾਬਲੀ ਹੋਵੇ, ਮੇਰੀ ਆਂਚ ਤੋਂ ਕੋਈ ਨਹੀਂ ਬਚੇਗਾ। ਮੈਨੂੰ ਹੁਕਮ ਕਰੋ, ਮੈਂ ਕੀ ਕਰਾਂ? ਤਾਂ ਗੁਰੂ ਜੀ ਨੇ ਕਿਹਾ, ਸਾਨੂੰ ਇਹ ਭੇਟਾ ਦੇ ਕਿ ਜਿੱਥੇ ਸ਼ਬਦ ਕੀਰਤਨ ਹੋਵੇ,
ਭਾਵ ਸੰਗਤ ਹੋਵੇ ਉੱਥੇ ਤੂੰ ਨਹੀਂ ਜਾਣਾ, ਬਾਹਰ ਹੀ ਬੈਠਣਾ ਹੈ। ਕਲਯੁਗ ਨੇ ਕਿਹਾ, ਹੇ ਦੀਨ ਦਿਆਲ, ਮੇਰੀ ਗਤੀ ਕਿਵੇਂ ਹੋਵੇਗੀ? ਇਸ ਵੇਲੇ ਕੜਾਹ ਪ੍ਰਸ਼ਾਦ ਵਰਤੇ ਤਾਂ ਹੀ ਪ੍ਰਸ਼ਾਦ ਲੈਣ ਵਾਸਤੇ ਜਾਵਾਂਗਾ, ਉਤਨਾ ਚਿਰ ਮੈਂ ਸੰਗਤ ਦੇ ਜੋੜਿਆਂ ਵਿੱਚ ਹੀ ਬੈਠਾ ਰਹਾਂਗਾ। ਗੁਰੂ ਜੀ ਨੇ ਕਲਯੁਗ ਨੂੰ ਆਪਣਾ ਸਿੱਖ ਬਣਾਇਆ। ਸਾਧ ਸੰਗਤ ਜੀ, ਇਹ ਸਾਖੀ ਦਾ ਭਾਵ ਇਹ ਹੈ ਕਿ ਨਾਮ ਸਿਮਰਨ ਬਹੁਤ ਜ਼ਰੂਰੀ ਹੈ। ਫਲ ਥੋੜ੍ਹਾ ਮਿਲੇ, ਜ਼ਿਆਦਾ ਮਿਲੇ, ਪਰ ਮਾੜੇ ਕੰਮਾਂ ਦਾ ਫਲ ਤਾਂ ਹਰ ਹਾਲ ਵਿੱਚ ਮਿਲਦਾ ਹੈ। ਮਾੜੇ ਕੰਮ ਕਰਨ ਵਾਲਾ ਕਲਯੁਗ ਦੇ ਵੱਸ ਹੁੰਦਾ ਹੈ, ਇਸ ਦਾ ਕਦੀ ਭਲਾ ਨਹੀਂ ਹੋ ਸਕਦਾ। ਤੇ ਜੋ ਨਾਮ ਸਿਮਰਨ ਕਰਦੇ ਹਨ, ਸੱਤ ਨਾਲ ਜੁੜੇ ਰਹਿੰਦੇ ਹਨ, ਦੂਸਰਿਆਂ ਨੂੰ ਨੁਕਸਾਨ ਨਹੀਂ ਦਿੰਦੇ, ਸਗੋਂ ਭਲਾ ਕਰਦੇ ਹਨ, ਉਹਨਾਂ ਉੱਤੇ ਗੁਰੂ ਨਾਨਕ ਜੀ ਦੀ ਕਿਰਪਾ ਦ੍ਰਿਸ਼ਟੀ ਬਣੀ ਰਹਿੰਦੀ ਹੈ। ਤੇ ਜਿਨ੍ਹਾਂ ਜੀਵਾਂ ਉੱਪਰ ਸਤਿਗੁਰੂ ਜੀ ਦੀ ਕਿਰਪਾ ਹੁੰਦੀ ਹੈ, ਉਹਨਾਂ ਦਾ ਇਹ ਲੋਕ ਹੀ ਨਹੀਂ ਪਰਲੋਕ ਵੀ ਸੌਰ ਜਾਂਦਾ ਹੈ। ਸੋ ਸਾਧ ਸੰਗਤ ਜੀ, ਸੱਤ ਦਾ ਸਾਥ ਕਦੇ ਨਹੀਂ ਛੱਡਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।